ਪੰਜਾਬੀ ਪੜ੍ਹਨ ਵਾਲੇ ਜਮਾਤ 12ਵੀਂ ਦੇ ਸਾਰੇ ਹੀ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਆਪਾਂ ਅੱਜ ਕੱਲ੍ਹ ਲੋਕਡਾਊਨ ਦੇ ਵਿੱਚ ਆਨਲਾਈਨ ਕਲਾਸਾਂ ਲਾਉਂਦੀਆਂ ਪੰਜਾਬੀ ਦੀਆਂ। ਹਾਲੇ ਪੰਜਾਬੀ ਦਾ ਪੇਪਰ ਵੀ ਨਹੀਂ ਹੋਇਆ, ਪੇਪਰ ਬਾਕੀ ਹੈ। ਅਤੇ ਮੈਂ ਥੋੜ੍ਹਾ ਜਿਹਾ ਸਿਲੇਬਸ ਤੁਹਾਨੂੰ ਰਿਵਾਈਜ਼ ਕਰਵਾ ਦੇਣਾ ਚਾਹੁੰਦਾ। ਅੱਜ ਮੈਂ ਜਮਾਤ 12ਵੀਂ ਦਾ ਜਿਹੜਾ ਸਿਲੇਬਸ ਉਹਦੇ ਵਿੱਚ ਭਾਈ ਵੀਰ ਸਿੰਘ ਜੀ ਦੀ ਅਗਲੀ ਕਵਿਤਾ, ਪਿਛਲੀ ਵਾਰ ਆਪਾਂ ਚੜਚਕ ਤੇ ਚਕਮਾਨੀਆਂ ਕਵਿਤਾ ਦੇ ਬਾਰੇ ਜ਼ਿਕਰ ਕੀਤਾ ਸੀ। ਅੱਜ ਆਪਾਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਜਿਹੜੀ ਸਮਾਂ, ਜਿਹਦਾ ਸ਼ਿਰਲੇਖ ਹੈ ਸਮਾਂ, ਉਸ ਦੇ ਬਾਰੇ ਚਰਚਾ ਕਰਾਂਗੇ। ਅਤੇ ਮੈਂ ਇਸ ਕਵਿਤਾ ਨੂੰ ਪੜ੍ਹਨਾ ਅਤੇ ਉਸ ਤੋਂ ਬਾਅਦ ਆਪਾਂ ਇਹਦੀ ਵਿਆਖਿਆ ਦੇ ਉੱਤੇ ਚਰਚਾ ਕਰਾਂਗੇ। ਭਾਈ ਸਾਹਿਬ ਵੀਰ ਸਿੰਘ ਜੀ ਲਿਖਦੇ ਹਨ ਕਿ ਰਹੀ ਵਾਸਤੇ ਘੱਤ ਸਮੇਂ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਰਹੀ ਵਾਸਤੇ ਘੱਤ ਸਮੇਂ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਇਹਨਾਂ ਦੋ ਕਾਵਿ ਪੰਕਤੀਆਂ ਦਾ ਮੈਂ ਤੁਹਾਨੂੰ ਅਰਥ ਦੱਸ ਦਿੰਦਾ। ਰਹੀ ਵਾਸਤੇ ਘੱਤ, ਵਾਸਤੇ ਦਾ ਮਤਲਬ ਇੱਥੇ ਕੇ ਲਈ ਨਹੀਂ, ਵਾਸਤੇ ਦਾ ਮਤਲਬ ਇੱਥੇ ਤਰਲੇ। ਰਹੀ ਵਾਸਤੇ ਘੱਤ ਸਮੇਂ ਇੱਕ ਨਾ ਮੰਨੀ। ਭਾਈ ਵੀਰ ਸਿੰਘ ਜੀ ਆਪਣੇ ਆਪ ਨੂੰ ਇਸਤਰੀ ਦੇ ਰੂਪ ਵਿੱਚ ਮੰਨਦੇ ਹੋਏ ਦੱਸ ਰਹੇ ਹਨ ਕਿ ਉਹਨਾਂ ਨੇ ਸਮੇਂ ਦੇ ਅੱਗੇ ਬੜੇ ਤਰਲੇ ਕੀਤੇ, ਬੜੀ ਮਿਹਨਤ ਕੀਤੀ, ਪਰ ਸਮੇਂ ਇੱਕ ਨਾ ਮੰਨੀ, ਸਮੇਂ ਨੇ ਉਹਨਾਂ ਦੀ ਇੱਕ ਵੀ ਨਹੀਂ ਮੰਨੀ। ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਅਤੇ ਭਾਈ ਵੀਰ ਸਿੰਘ ਜੀ ਕਹਿੰਦੇ ਹੈ ਕਿ ਮੈਂ ਸਮੇਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਆਪਣੇ ਔਰ ਖਿੱਚਣ ਦੀ ਕੋਸ਼ਿਸ਼ ਕੀਤੀ, ਆਪਣੇ ਵੱਲ ਉਹਨੂੰ ਘਸੀਟਣ ਦੀ ਕੋਸ਼ਿਸ਼ ਕੀਤੀ, ਸਮੇਂ ਖਿਸਕਾਈ ਕੰਨੀ, ਪਰ ਸਮੇਂ ਉਹ ਤੋਂ ਦੂਰ ਚਲਾ ਹੀ ਗਿਆ, ਇੱਕ ਵੀ ਨਾ ਮੰਨੀ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ। ਹੁਣ ਭਾਈ ਵੀਰ ਸਿੰਘ ਜੀ ਕਹਿੰਦੇ ਹੈ ਕਿ ਉਹਨਾਂ ਨੇ ਸਮੇਂ ਨੂੰ ਰੋਕਣ ਵਾਸਤੇ ਬਹੁਤ ਸਾਰੀਆਂ ਰੁਕਾਵਟਾਂ ਪਾਈਆਂ, ਬਹੁਤ ਸਾਰੀਆਂ ਉਹਦੇ ਸਾਹਮਣੇ ਰੁਕਾਵਟਾਂ ਪਾਈਆਂ ਤਾਂ ਕਿ ਸਮਾਂ ਰੁਕ ਜਾਵੇ, ਲੇਕਿਨ ਸਮੇਂ ਸਾਰੇ ਰੁਕਾਵਟਾਂ ਨੂੰ ਪਾਰ ਕਰਦਾ ਹੋਇਆ ਚਲਾ ਗਿਆ, ਭਾਈ ਵੀਰ ਸਿੰਘ ਜੀ ਨੂੰ ਛੱਡ ਗਿਆ। ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਤ੍ਰਿਖੇ ਮਤਲਬ ਤੇਜ਼। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਸਮਾਂ ਆਪਣੇ ਤ੍ਰਿਖੇ ਵੇਗ, ਆਪਣੇ ਤੇਜ਼ ਬਹਾਵ ਨਾਲ ਅੱਗੇ ਚਲਾ ਗਿਆ, ਬੰਨੇ ਬੰਨੀ, ਅੱਗੇ ਤੋਂ ਅੱਗੇ ਲੰਘਦਾ ਚਲਾ ਗਿਆ। ਅਤੇ ਭਾਈ ਵੀਰ ਸਿੰਘ ਜੀ ਹੁਣ ਸਮੇਂ ਦੇ ਸਦਉਪਯੋਗ ਬਾਰੇ ਸਾਨੂੰ ਦੱਸ ਰਹੇ ਹੈ। ਇੱਕ ਵਾਰੀ ਮੈਂ ਫੇਰ ਤੁਹਾਨੂੰ ਦੱਸ ਦਿੰਦਾ। ਰਹੀ ਵਾਸਤੇ ਘੱਤ ਸਮੇਂ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਇਹਨਾਂ ਕਾਵਿ ਸਤਰਾਂ ਦੇ ਵਿੱਚ ਭਾਈ ਵੀਰ ਸਿੰਘ ਜੀ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਮੰਨਦੇ ਹੋਏ ਕਹਿੰਦੇ ਹਨ ਕਿ ਸਮਾਂ ਜਿਹੜਾ ਕਦੇ ਵੀ ਕਿਸੇ ਤੋਂ ਰੁਕਦਾ ਨਹੀਂ। ਸਮੇਂ ਦੀ ਜਿਹੜੀ ਵਿਸ਼ੇਸ਼ਤਾ ਹੈ ਉਹ ਇਹੀ ਹੈ ਕਿ ਉਹ ਆਪਣੇ ਵੇਗ ਨਾਲ ਨਿਰੰਤਰ ਵਗਦਾ ਰਹਿੰਦਾ, ਤੁਰਦਾ ਰਹਿੰਦਾ। ਭਾਈ ਵੀਰ ਸਿੰਘ ਜੀ ਆਪਣੇ ਆਪ ਨੂੰ ਇਸਤਰੀ ਰੂਪ ਮੰਨਦੇ ਹੋਏ ਕਹਿੰਦੇ ਹਨ ਕਿ ਉਹਨਾਂ ਨੇ ਸਮੇਂ ਅੱਗੇ ਬੜੇ ਤਰਲੇ ਕੀਤੇ, ਬੜੀ ਮਿੰਨਤਾਂ ਕੀਤੀਆਂ, ਪਰ ਸਮੇਂ ਨੇ ਉਹਨਾਂ ਦੀ ਇੱਕ ਵੀ ਨਾ ਮੰਨੀ। ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ। ਭਾਈ ਵੀਰ ਸਿੰਘ ਜੀ ਕਹਿੰਦੇ ਮੈਂ ਉਹਨੂੰ ਫੜਨ ਦੀ ਬੜੀ ਕੋਸ਼ਿਸ਼ ਕੀਤੀ, ਆਪਣੇ ਵੱਲ ਖਿੱਚਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਇੱਕ ਵੀ ਨਾ ਮੰਨੀ ਸਮੇਂ ਨੇ। ਅਤੇ ਖਿਸਕਾਈ ਕੰਨੀ, ਪੱਲਾ ਝਾੜ ਗਿਆ, ਕਵੀ ਤੋਂ ਪੱਲਾ ਛੁਡਾ ਕੇ ਅੱਗੇ ਤੁਰ ਗਿਆ ਸਮਾਂ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ। ਮੈਂ ਸਮੇਂ ਨੂੰ ਰੋਕਣ ਵਾਸਤੇ ਸਮੇਂ ਦੇ ਸਾਹਮਣੇ ਬਹੁਤ ਸਾਰੀ ਰੁਕਾਵਟਾਂ ਪੈਦਾ ਕੀਤੀਆਂ, ਪਰ ਸਾਰੀਆਂ ਰੁਕਾਵਟਾਂ ਨੂੰ ਤੋੜਦੇ ਹੋਏ ਸਮਾਂ ਆਪਣੀ ਨਿਰੰਤਰਤਾ ਨਾਲ ਅੱਗੇ ਵਧ ਗਿਆ, ਚਲਾ ਗਿਆ। ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਸਮਾਂ ਦਾ ਜਿਹੜਾ ਵੇਗ ਹੈ ਬੜਾ ਤੇਜ਼ ਹੈ। ਕਹਿੰਦੇ ਕਿ ਭਾਈ ਵੀਰ ਸਿੰਘ ਕਹਿੰਦੇ ਸਮਾਂ ਜਿਹੜਾ ਹੈ ਉਹ ਆਪਣੇ ਤੇਜ਼ ਬਹਾਵ ਨਾਲ ਇੱਕ ਘਰ ਤੋਂ ਦੂਜੇ ਘਰ, ਤੀਜੇ ਘਰ, ਚੌਥੇ ਘਰ, ਇਸ ਤਰ੍ਹਾਂ ਉਹ ਮੈਨੂੰ ਛੱਡ ਕੇ ਚਲਾ ਗਿਆ ਅਤੇ ਮੈਂ ਸਮੇਂ ਨੂੰ ਰੋਕ ਨਾ ਸਕੀ। ਅੱਗੇ ਉਹਨਾਂ ਨੇ ਕਿਹਾ ਕਿ ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡਮਦਾ ਜਾਂਦਾ। ਭਾਈ ਵੀਰ ਸਿੰਘ ਜੀ ਹੋ ਚੇਤਾਵਨੀ ਦੇ ਰਹੇ, ਇਨਸਾਨ ਨੂੰ ਸਮਝਾ ਰਹੇ ਹੈ ਕਿ ਹਲੇ ਵੀ ਇਸ ਨੂੰ ਸੰਭਾਲ ਲੈ, ਕਰ ਸਫਲ ਉਡੰਦਾ ਜਾਂਦਾ। ਹਲੇ ਵੀ ਸਮੇਂ ਨੂੰ ਸੰਭਾਲ ਲੈ, ਸਮੇਂ ਦੀ ਕਦਰ ਕਰ ਲੈ। ਜਿਹੜਾ ਸਮਾਂ ਹੈ ਇਹ ਉੜਦਾ ਜਾ ਰਿਹਾ ਹੈ, ਇਹ ਕਿਸੇ ਦੇ ਹੱਥ ਵਿੱਚ ਨਹੀਂ ਆਉਂਦਾ। ਹੁਣ ਵੀ ਸਮਾਂ ਹੈ, ਇਹਨੂੰ ਸੰਭਾਲ ਲੈ, ਸਮੇਂ ਦੀ ਕਦਰ ਕਰ ਲੈ। ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸਮਾਂ ਜਿਹੜਾ ਹੈ ਉਹ ਕਦੇ ਵੀ ਰੁਕਣ ਦਾ, ਜਾਂਚ ਦਾ ਮਤਲਬ ਉਹਨੂੰ ਤਰੀਕਾ ਨਹੀਂ ਹੁੰਦਾ ਰੁਕਣ ਦਾ, ਕਦੇ ਵੀ ਜਾਂਚ ਤਰੀਕਾ, ਇਹ ਰੁਕਣ ਦੀ ਜਾਂਚ ਨਹੀਂ ਜਾਣਦਾ, ਇਹਨੂੰ ਰੁਕਣ ਦਾ ਤਰੀਕਾ ਨਹੀਂ ਆਉਂਦਾ, ਕਿਉਂਕਿ ਸਮੇਂ ਦੀ ਜਿਹੜੀ ਵਿਸ਼ੇਸ਼ਤਾ ਹੈ ਉਹ ਹਮੇਸ਼ਾ ਨਿਰੰਤਰ ਵਗਦੇ ਰਹਿਣਾ ਹੈ, ਤੁਰਦੇ ਰਹਿਣਾ, ਚੱਲਦੇ ਰਹਿਣਾ ਹੈ। ਇਸ ਕਰਕੇ ਕਵੀ ਸਾਨੂੰ ਕਹਿ ਰਿਹਾ ਕਿ ਜਿਹੜਾ ਇੱਕ ਵਾਰ ਲੰਘ ਗਿਆ ਸਮਾਂ
ਮੁੜ ਕੇ ਦੁਬਾਰਾ ਨਹੀਂ ਆਉਂਦਾ। ਇਸ ਕਰਕੇ ਸਮਾਂ ਰਹਿੰਦੇ ਹੋਏ ਆਪਣੇ ਸਮੇਂ ਨੂੰ ਸੰਭਾਲ ਲੈ, ਨਹੀਂ ਤਾਂ ਇਹ ਸਮਾਂ ਇੱਕ ਵਾਰ ਲੰਘ ਗਿਆ ਮੁੜ ਕੇ ਦੁਬਾਰਾ ਨਹੀਂ ਆਇਆ, ਕਿਉਂਕਿ ਸਮਾਂ ਜਿਹੜਾ ਬੀਤ ਗਿਆ ਉਹ ਵਾਪਿਸ ਨਹੀਂ ਆਉਂਦਾ। ਇਸ ਕਰਕੇ ਭਾਈ ਵੀਰ ਸਿੰਘ ਜੀ ਸਾਨੂੰ ਸਮਝਾ ਰਹੇ ਹੈ ਕਿ ਸਮੇਂ ਦੀ ਕਦਰ ਕਰ ਲੈਣੀ ਚਾਹੀਦੀ ਹੈ। ਸਮੇਂ ਰਹਿੰਦੇ ਹੀ ਜਿਹੜਾ ਜਿਸ ਇਨਸਾਨ ਨੇ ਆਪਣੇ ਵਰਤਮਾਨ ਸਮੇਂ ਨੂੰ ਸੰਭਾਲ ਲਿਆ ਉਹਨੇ ਆਪਣਾ ਭਵਿੱਖ ਬਣਾ ਲਿਆ। ਜੇਕਰ ਇਨਸਾਨ ਨੇ ਸਮੇਂ ਦੀ ਕਦਰ ਨਹੀਂ ਕੀਤੀ ਤਾਂ ਸਮਾਂ ਇਨਸਾਨ ਦੀ ਕਦਰ ਨਹੀਂ ਕਰਦਾ। ਇਸ ਕਰਕੇ ਅਗਰ ਆਪਣਾ ਭਵਿੱਖ ਬਣਾਉਣਾ ਹੈ ਤਾਂ ਸਾਨੂੰ ਸਮੇਂ ਦੀ ਕਦਰ ਕਰਨੀ ਪੈਣੀ ਹੈ। ਇਹ ਕਵਿਤਾ ਸਾਨੂੰ ਸਮੇਂ ਦੀ ਕਦਰ ਕਰਦਿਆਂ ਹੋਇਆਂ ਉਹਦੇ ਸਫਲ ਉਪਯੋਗ ਦੀ ਪ੍ਰੇਰਣਾ ਦਿੰਦੀ ਹੈ, ਕਿਉਂਕਿ ਜਿਸ ਇਨਸਾਨ ਨੇ ਸਮੇਂ ਦੀ ਕਦਰ ਕਰ ਲਈ ਉਹ ਇਨਸਾਨ ਸਫਲਤਾ ਪ੍ਰਾਪਤ ਕਰ ਲੈਂਦਾ ਹੈ। ਹੁਣ ਵੇਖੀਏ ਇਹਦੇ ਪ੍ਰਸ਼ਨ ਵੇਖਦੇ ਹਾਂ ਆਪਾਂ। ਸਮਾਂ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈ? ਸਮਾਂ ਕਵਿਤਾ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਹੈ। ਦੂਜਾ ਪ੍ਰਸ਼ਨ ਹੈ ਕਿਸ ਦਾ ਸਾਨੂੰ ਸਦਉਪਯੋਗ ਕਰਨਾ ਚਾਹੀਦਾ ਹੈ? ਸਿੱਧੀ ਜਿਹੀ ਗੱਲ ਹੈ, ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਤੀਜਾ ਪ੍ਰਸ਼ਨ ਹੈ ਕਵੀ ਅਨੁਸਾਰ ਕਿਸ ਨੂੰ ਰੋਕਿਆ ਨਹੀਂ ਜਾ ਸਕਦਾ? ਤਾਂ ਭਾਈ ਸਮੇਂ ਨੂੰ ਨਹੀਂ ਰੋਕਿਆ ਜਾ ਸਕਦਾ, ਕਿਉਂਕਿ ਸਮਾਂ ਕਿਸੇ ਦੀ ਨਹੀਂ ਮੰਨਦਾ, ਉਹਨੂੰ ਤੁਰਨਾ ਹੁੰਦਾ ਹੈ, ਉਹ ਆਪਣੇ ਵੇਗ ਵਿੱਚ ਤੁਰਦਾ ਹੈ। ਸਮੇਂ ਦੀ ਨਿਰੰਤਰਤਾ ਨੂੰ ਕਦੇ ਵੀ ਨਹੀਂ ਰੋਕਿਆ ਜਾ ਸਕਦਾ, ਕਿਉਂਕਿ ਸਮਾਂ ਜਿਹੜਾ ਹੈ ਉਹਦੀ ਵਿਸ਼ੇਸ਼ਤਾ ਆਹੀ ਹੈ, ਉਹ ਹਮੇਸ਼ਾ ਅੱਗੇ ਨੂੰ ਵੱਧਦਾ, ਪਿੱਛੇ ਨੂੰ ਕਦੇ ਨਹੀਂ ਜਾਂਦਾ। ਇਹ ਠਹਿਰਨ ਜਾਤ ਨਾ ਜਾਣ ਦਾ ਤਾਂ ਕੀ ਭਾਵ ਹੈ? ਇਹ ਠਹਿਰਨ ਜਾਤ ਨਾ ਜਾਣ ਦਾ ਭਾਵ ਹੈ ਕਿ ਸਮਾਂ ਨਾ ਤਾਂ ਠਹਿਰਦਾ ਤੇ ਬੀਤ ਜਾਣ ਤੋਂ ਬਾਅਦ ਮੁੜ ਵਾਪਸ ਨਹੀਂ ਆਉਂਦਾ। ਇਹਨੂੰ ਠਹਿਰਨ ਦਾ ਤਰੀਕਾ ਨਹੀਂ ਹੁੰਦਾ, ਇਹ ਹਮੇਸ਼ਾ ਅੱਗੇ ਨੂੰ ਹੀ ਵੱਧਦਾ ਹੈ, ਇਹ ਹਮੇਸ਼ਾ ਅੱਗੇ ਵੱਧਦਾ, ਪਿੱਛੇ ਆਉਣ ਦਾ ਇਹਨੂੰ ਕੋਈ ਤਰੀਕਾ ਨਹੀਂ ਹੁੰਦਾ, ਨਾ ਇਹਨੂੰ ਠਹਿਰਨ ਦਾ ਤਰੀਕਾ ਹੈ, ਨਾ ਕੋਈ ਜਾਂਚ ਹੈ। ਇਸ ਕਰਕੇ ਇਹ ਠਹਿਰਨ ਜਾਤ ਨਾ ਜਾਣ ਦਾ ਭਾਵ ਇਹ ਰੁਕਣਾ ਨਹੀਂ ਜਾਣਦਾ। ਕਵੀ ਸਾਨੂੰ ਕਿਸ ਲਈ ਪ੍ਰੇਰਦਾ ਹੈ? ਕਵੀ ਸਾਨੂੰ ਪ੍ਰੇਰਦਾ ਹੈ ਕਿ ਮਨੁੱਖ ਸਮੇਂ ਦੀ ਸੰਭਾਲ ਕਰ ਲੈ, ਕਿਉਂਕਿ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ। ਜਿਹੜਾ ਬੰਦਾ ਸਮੇਂ ਦੀ ਕਦਰ ਨਹੀਂ ਕਰਦਾ, ਸਮਾਂ ਉਸ ਦੀ ਕਦਰ ਨਹੀਂ ਕਰਦਾ। ਇਸ ਕਰਕੇ ਭਾਈ ਵੀਰ ਸਿੰਘ ਸਾਨੂੰ ਸਮਝਾ ਰਹੇ ਹੈ ਕਿ ਸਾਨੂੰ ਸਮੇਂ ਦੀ ਕਦਰ ਕਰ ਲੈਣੀ ਚਾਹੀਦੀ ਹੈ। ਇਹਦਾ ਇੱਕ ਪਲ ਵੀ ਸਾਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਸਮੇਂ ਦੇ ਹਰ ਇੱਕ ਪਲ ਨੂੰ ਲੇਖੇ ਵਿੱਚ ਲੈਣਾ ਚਾਹੀਦਾ, ਤਾਂ ਕਿ ਸਾਡਾ ਭਵਿੱਖ ਸੁਨਹਿਰਾ ਹੋਵੇ ਅਤੇ ਅਸੀਂ ਸਫਲਤਾ ਨੂੰ ਪ੍ਰਾਪਤ ਕਰੀਏ। ਹਮੇਸ਼ਾ ਸਮੇਂ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਸਮਾਂ ਕਵਿਤਾ ਸਾਨੂੰ ਕੀ ਸੁਨੇਹਾ ਦਿੰਦੀ ਹੈ? ਸਮਾਂ ਕਵਿਤਾ ਸਾਨੂੰ ਸੁਨੇਹਾ ਦਿੰਦੀ ਹੈ ਕਿ ਸਾਨੂੰ ਸਮੇਂ ਦੀ ਕਦਰ ਕਰਕੇ ਇਸ ਦੇ ਸਫਲ ਪ੍ਰਯੋਗ ਦੀ ਜਿਹੜੀ ਪ੍ਰੇਰਣਾ ਹੈ ਇਹ ਸਾਨੂੰ ਮਿਲਦੀ ਹੈ। ਸਮਾਂ ਜਿਹੜਾ ਹੈ ਇਹ ਬੜਾ ਬਹੁਮੁੱਲ ਹੈ, ਇੱਕ ਵਾਰ ਲੰਘ ਗਿਆ ਦੁਬਾਰਾ ਮੁੜ ਵਾਪਸ ਹੱਥ ਨਹੀਂ ਹੁੰਦਾ। ਇਸ ਕਰਕੇ ਸਮੇਂ ਦੇ ਰਹਿੰਦੇ ਹੋਏ ਸਮੇਂ ਨੂੰ ਸੰਭਾਲ ਲੈਣਾ ਚਾਹੀਦਾ ਹੈ, ਅਤੇ ਜਿਹੜਾ ਸਮਾਂ ਸਾਨੂੰ ਮਿਲਿਆ ਹੈ ਉਸ ਨੂੰ ਲੇਖੇ ਵਿੱਚ ਲੈਣਾ ਚਾਹੀਦਾ ਹੈ। ਵਿਅਰਥ ਸਮਾਂ ਨਹੀਂ ਗਵਾਉਣਾ ਚਾਹੀਦਾ ਹੈ ਅਤੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਫਿਰ ਹੀ ਸਮਾਂ ਸਾਡੀ ਕਦਰ ਕਰੂਗਾ। ਇਹ ਕਵਿਤਾ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਸੀਗਾ। ਜੇ ਫਿਰ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਹੋਵੇ ਤਾਂ ਤੁਸੀਂ ਮੈਨੂੰ ਸ਼ੇਅਰ ਕਰ ਸਕਦੇ ਹੋ। ਅਤੇ ਅੱਜ ਦੇ ਲਈ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।